ਇੱਕ ਦਸਤਖਤੀ ਮੁਹਿੰਮ ਸਮੁੱਚੇ ਸਿੱਖਾਂ ਦੇ ਵਿੱਚ ਚਲਾਈ ਜਾਵੇ ਤੇ ਸਮੁੱਚੇ ਸਿੱਖਾਂ ਵੱਲੋਂ ਦਸਤਖਤ ਕਰਵਾ ਕੇ ਇਸ ਮੰਗ ਲਈ ਤੇ ਗਵਰਨਰ ਪੰਜਾਬ ਨੂੰ ਮਤਲਬ ਮੰਗ ਹੈ ਜਿਹੜੀ ਉੱਥੇ ਉਠਾਈ ਜਾਵੇ। ਇਹ ਦਸਤਖਤ ਮੁਹਿੰਮ ਜਿੰਨਾ ਚਿਰ ਅਸੀਂ ਇਸ ਨੂੰ ਚਲਾਵਾਂਗੇ ਜਿੰਨਾ ਚਿਰ ਸਾਡਾ ਕੰਪਲੀਟ ਨਹੀਂ ਹੋ ਸਕਦਾ। ਅਸੀਂ ਘਰ ਪਿੰਡ ਤੱਕ ਜਾਣਾ ਚਾਹੁੰਦੇ ਹਾਂ। ਇੱਕ ਕੱਲੇ ਪਿੰਡ ਵਿੱਚ ਅਸੀਂ ਪਹੁੰਚ ਕੇ ਕੱਲੇ ਸਿੱਖ ਤੋਂ ਦਸਤਖਤ ਕਰਾਵਾਂਗੇ। ਜੇਕਰ ਸਾਰੇ ਸਿੱਖਾਂ ਦੀ ਮੰਗ ਦੇ ਉੱਤੇ ਵੀ ਸਰਕਾਰ ਨਹੀਂ ਛੱਡੂਗਾ, ਮੈਂ ਸਮਝਦਾ ਕਿ ਉਹ ਐਕਸ਼ਨ ਐਡਾ ਸਖਤ ਹੋਊਗਾ ਜਿਸ ਕਰਕੇ ਸਿੱਖਾਂ ਨੂੰ ਕੁਝ ਹੋਰ ਹੀ ਸੋਚਣਾ ਪੈਣਾ। ਸਿੱਖਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਅਸੀਂ ਇਸ ਦੇਸ਼ ਨਾਲ ਰਹਿਣਾ ਜਾਂ ਨਹੀਂ ਰਹਿਣਾ। ਇਸ ਤਰ੍ਹਾਂ ਕਰਕੇ ਬਹੁਤ ਵੱਡੇ ਫੈਸਲੇ ਲੈਣ ਲਈ ਅਸੀਂ ਤਿਆਰ ਹਾਂ, ਕਿਉਂਕਿ ਜਦੋਂ ਸਾਨੂੰ ਇਨਸਾਫ ਹੀ ਨਹੀਂ ਮਿਲਦਾ ਤਾਂ ਅਸੀਂ ਦੇਸ਼ ਲਈ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ ਦਿੱਤੀਆਂ, ਤੇ ਉਸ ਆਜ਼ਾਦ ਦੇਸ਼ ਦੇ ਵਿੱਚ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ, ਤੇ ਫਿਰ ਅਸੀਂ ਕਿਉਂ ਇਸ ਦੇਸ਼ ਨਾਲ ਸਹਿਮਤ ਹੋਵਾਂਗੇ। ਤੇ ਯੂਜ਼ ਕਰਕੇ ਰਾਸ਼ਟਰਪਤੀ ਨੂੰ ਮਜਬੂਰ ਕੀਤਾ, ਇਹਨਾਂ ਦੀ ਫਾਂਸੀ ਦੇ ਉੱਤੇ ਸਟੇ ਲਵਾਈ। ਉਹ ਅੱਜ ਤੱਕ ਵੀ ਸਟੇ ਲੱਗੀ ਹੋਈ ਹੈ। ਜਦ ਬਾਕੀ ਜਿੰਨੇ ਵੀ ਇਹਨਾਂ ਦੇ ਕੇਸ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਲੜ ਰਿਹਾ, ਉਦੋਂ ਅੱਜ ਤੋਂ ਨਹੀਂ 84 ਤੋਂ ਲੈ ਕੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਬਹੁਤ ਵੱਡੀ ਜਿਹੜੀ ਹੈਗੀ ਕੰਪੇਨ ਚਲਾਈ ਗਈ ਹੈ। ਉਹ ਕੰਪੇਨ ਦੇ ਤਹਿਤ ਹੀ ਇਹ ਫੈਸਲਾ ਹੋਇਆ ਹੈ ਅੰਤਰਿਮ ਕਮੇਟੀ ਦੇ ਵਿੱਚ ਕਿ ਇੱਕ ਦਸਤਖਤੀ ਮੁਹਿੰਮ ਸਮੁੱਚੇ ਸਿੱਖਾਂ ਦੇ ਵਿੱਚ ਚਲਾਈ ਜਾਵੇ ਤੇ ਸਮੁੱਚੇ ਸਿੱਖਾਂ ਵੱਲੋਂ ਦਸਤਖਤ ਕਰਵਾ ਕੇ ਇਸ ਮੰਗ ਲਈ ਤੇ ਗਵਰਨਰ ਪੰਜਾਬ ਨੂੰ ਮਤਲਬ ਮੰਗ ਹੈ ਜਿਹੜੀ ਉੱਥੇ ਉਠਾਈ ਜਾਵੇ। ਤੇ ਇਸ ਮੁਹਿੰਮ ਦੇ ਤਹਿਤ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸ਼ੁਰੂ ਕੀਤੀ ਹੈ, ਤੇ ਉਸ ਤੋਂ ਬਾਅਦ ਇਹ ਕਈ ਜ਼ਿਲ੍ਹਿਆਂ ਵਿੱਚ ਵੀ ਸ਼ੁਰੂ ਕੀਤੀ ਹੈ, ਤੇ ਉਸ ਤੋਂ ਬਾਅਦ ਸਾਡੇ ਹਲਕਾ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕੇ ਪੱਧਰ ਤੇ ਇਹ ਮੁਹਿੰਮ ਦੀ ਸ਼ੁਰੂਆਤ ਅੱਜ ਅਸੀਂ ਦਿੜਵੇ ਹਲਕੇ ਤੋਂ ਕਰ ਰਹੇ ਹਾਂ। ਤੇ ਜਿਸ ਦੇ ਤਹਿਤ ਇੱਕ ਪਰਫਾਰਮਾ ਸਾਡਾ ਬਣਿਆ, ਉਹ ਪਰਫਾਰਮੇ ਦੇ ਉੱਤੇ ਜਿਹੜੇ ਸਾਡੇ ਬੰਦੀ ਸਿੰਘ ਨੇ, ਜਿਹੜੇ ਪਿਛਲੇ ਉਸ ਸਮੇਂ ਤੇ 1984 ਦੇ ਸਮੇਂ ਤੇ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ, ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਕੀਤਾ, ਜਾਂ ਫਿਰ ਦਿੱਲੀ ਵਿਖੇ ਜਾਂ ਹੋਰ ਦੇਸ਼ ਦੇ ਸ਼ਹਿਰਾਂ ਵਿੱਚ ਨਵੰਬਰ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਬਹੁਤ ਵੱਡੀ ਢਾਹ ਸਿੱਖਾਂ ਨੂੰ ਲਾਈ, ਬਰਬਾਦੀ ਕੀਤੀ। ਉਸ ਤੋਂ ਭਾਵਕ ਹੋ ਕੇ ਉਸ ਦੇ ਲਈ ਰੋਸ ਵਜੋਂ ਕੁਝ ਸਾਡੇ ਉਸ ਸਮੇਂ ਦੇ ਸਿੱਖ ਨੌਜਵਾਨ ਭਾਵਕ ਹੋਣ ਦੇ ਉੱਤੇ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਇਸ ਜ਼ਬਰ ਦਾ ਮੁਕਾਬਲਾ ਕੀਤਾ, ਜਿਸ ਕਰਕੇ ਉਹਨਾਂ ਨੂੰ ਉਦੋਂ ਤੋਂ ਲੈ ਕੇ ਜੇਲ੍ਹਾਂ ਵਿੱਚ ਤੇ ਸਜ਼ਾਵਾਂ ਦਿੱਤੀਆਂ ਗਈਆਂ। ਦੇਸ਼ ਦੇ ਕਾਨੂੰਨ ਮੁਤਾਬਕ ਉਹਨਾਂ ਨੂੰ ਉਮਰ ਕੈਦਾਂ ਹੋਈਆਂ, ਤੇ ਹਜ਼ਾਰਾਂ ਸਾਡੇ ਸਿੰਘ ਉਦੋਂ ਦੇ ਜਿਹੜੇ ਹੈਗੇ ਨੇ ਉਦੋਂ ਨੌਜਵਾਨ ਸੀ, ਅੱਜ ਉਹ ਬਜ਼ੁਰਗ ਵੀ ਹੋ ਗਏ, ਉਦੋਂ ਦੇ ਜੇਲ੍ਹਾਂ ਵਿੱਚ ਨੇ, ਤੇ ਜਿਨ੍ਹਾਂ ਦੀ ਉਮਰ ਕੈਦ ਮੈਂ ਸਮਝਦਾ ਕਿ ਕਾਨੂੰਨ ਮੁਤਾਬਕ 14 ਸਾਲ ਲੱਗਦੇ ਨੇ, ਔਰ ਜਿਨ੍ਹਾਂ ਨੂੰ ਸਾਡੇ ਉਸ ਸਮੇਂ ਦੇ ਕੈਦੀਆਂ ਨੂੰ ਸਿੱਖ ਕੈਦੀਆਂ ਨੂੰ 32 ਸਾਲ 30 ਸਾਲ 25 ਸਾਲ 27 ਸਾਲ ਤੋਂ ਉੱਪਰ ਵੀ ਸਮਾਂ ਹੋ ਗਿਆ, ਤੇ ਉਹਨਾਂ ਨੂੰ ਅਜੇ ਤੱਕ ਨਹੀਂ ਛੱਡਿਆ। ਉਸ ਦੇ ਉਲਟ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਤਾਮਲਾ ਨੇ ਮਾਰਿਆ ਸੀਗਾ, ਤੇ ਉਹਨਾਂ ਨੂੰ ਉਸ ਸਮੇਂ ਫਾਂਸੀ ਦੀ ਸਜ਼ਾ ਹੋਈ ਸੀ, ਉਹਨਾਂ ਨੂੰ ਵੀ ਛੱਡ ਦਿੱਤਾ ਫਾਂਸੀ ਦੀ ਸਜ਼ਾ ਵਾਲਿਆਂ ਨੂੰ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੱਡਾ ਕੋਈ ਬੰਦਾ ਹੁੰਦਾ ਨਹੀਂ ਹੁੰਦਾ, ਉਸ ਦੇ ਕਾਤਲਾਂ ਨੂੰ ਛੱਡਿਆ ਗਿਆ। ਲੇਕਿਨ ਸੰਗਰੂਰ ਜ਼ਿਲ੍ਹੇ 'ਚ ਹੁਣ ਤੱਕ ਕਿੰਨੇ ਪਿੰਡ ਕਵਰ ਕਰ ਚੁੱਕੇ ਸੀ? ਨਹੀਂ, ਅਸੀਂ ਸੰਗਰੂਰ ਜ਼ਿਲ੍ਹੇ ਤੋਂ ਜਿਸ ਤਰ੍ਹਾਂ ਵੱਡੇ ਸਾਡੇ ਸਥਾਨ ਨੇ ਗੁਰੂ ਨਾਨਕੇਨਾ ਸਾਹਿਬ ਜਾਂ ਭਵਾਨੀਗੜ੍ਹ ਜਾਂ ਆਪਣਾ ਲੌਂਗੋਵਾਲ ਸਾਹਿਬ, ਉੱਥੋਂ ਅਸੀਂ ਸਾਰੇ ਸ਼ੁਰੂ ਕੀਤੇ ਨੇ, ਤੇ ਹੁਣ ਅਸੀਂ ਹਲਕਿਆਂ ਸ਼ੁਰੂ ਕੀਤਾ ਹੈ। ਇਹ ਕਦੋਂ ਤੱਕ ਚੱਲਣੀ ਹੈ ਜੀ ਦਸਤਖਤ ਮੁਹਿੰਮ? ਇਹ ਦਸਤਖਤ ਮੁਹਿੰਮ ਜਿੰਨਾ ਚਿਰ ਅਸੀਂ ਇਸ ਨੂੰ ਚਲਾਵਾਂਗੇ ਜਿੰਨਾ ਚਿਰ ਸਾਡਾ ਕੰਪਲੀਟ ਨਹੀਂ ਹੋ ਸਕਦਾ। ਅਸੀਂ ਘਰ ਪਿੰਡ ਤੱਕ ਜਾਣਾ ਚਾਹੁੰਦੇ ਹਾਂ। ਇੱਕ ਕੱਲੇ ਪਿੰਡ ਵਿੱਚ ਅਸੀਂ ਪਹੁੰਚ ਕੇ ਕੱਲੇ ਸਿੱਖ ਤੋਂ ਦਸਤਖਤ ਕਰਾਵਾਂਗੇ। ਕਿੰਨਾ ਟੀਚਾ ਮਿੱਥਿਆ ਗਿਆ ਜੀ, ਕਿੰਨੇ ਕੁ ਲੋਕ? ਨਹੀਂ, ਇਹ 'ਚ ਕੋਈ ਟੀਚਾ ਨਹੀਂ, ਜਿੰਨਾ ਲੋਕਾਂ ਦਾ ਉਤਸ਼ਾਹ ਹੋਊਗਾ, ਜਿੰਨਾ ਸਿੱਖਾਂ ਦਾ ਉਤਸ਼ਾਹ ਹੋਊਗਾ, ਤੇ ਉਸੇ ਉਤਸ਼ਾਹ ਦੇ ਮੁਤਾਬਕ ਇਹ ਅਸੀਂ ਦਸਤਖਤ ਕਰਾਉਂਦੇ ਰਹਾਂਗੇ। ਰਾਜਪਾਲ ਨੂੰ ਕਦੋਂ ਮਿਲਣਾ ਜੀ? ਰਾਜਪਾਲ ਨੂੰ ਜਦੋਂ ਇਹ ਦਸਤਖਤ ਮੁਹਿੰਮ ਸਾਡੀ ਮੁਕੰਮਲ ਹੋਗੀ, ਜਦੋਂ ਸਾਰੇ ਸਿੱਖਾਂ ਦੀ ਤਸੱਲੀ ਹੋਗੀ ਕਿ ਅਸੀਂ ਸਾਰਿਆਂ ਨੇ ਹਰ ਸਿੱਖ ਨੂੰ ਮੌਕਾ ਦੇਣਾ ਚਾਹੁੰਦੇ ਹਾਂ। ਅਸੀਂ ਪਰਫਾਰਮਾ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਸਿੱਖ ਕੋਲੇ ਪਹੁੰਚਾਉਣਾ ਚਾਹੁੰਦੇ ਹਾਂ। ਜਿਹੜਾ ਸਿੱਖ ਇਸ ਗੱਲ ਨੂੰ ਸਮਝਦਾ ਹੈ ਤੇ ਉਹ ਦਸਤਖਤ ਕਰਾਉਣ ਕਰਕੇ ਉਹ ਸਹਿਮਤ ਹੁੰਦਾ ਹੈ, ਤਾਂ ਉਹਦੀ ਜਿਹੜੀ ਸਹਿਮਤੀ ਹੈ ਉਹ ਅਸੀਂ ਗਵਰਨਰ ਤੱਕ ਪਹੁੰਚਾਵਾਂਗੇ। ਪੰਜਾਬ 'ਚ ਹੋ ਰਹੀ ਹੈ ਕਿ ਬਾਹਰਲੇ ਪੂਰੇ ਭਾਰਤ ਵਿੱਚ? ਨਹੀਂ, ਅਸੀਂ ਹਾਲ ਦੀ ਘੜੀ ਪੰਜਾਬ ਵਿੱਚ ਸ਼ੁਰੂ ਕੀਤੀ ਹੈ।
ਪੰਜਾਬ ਦਾ ਇਹ ਮੁੱਦਾ ਨਹੀਂ, ਇਹ ਬਲਕਿ ਦੇਸ਼ ਦਾ ਮੁੱਦਾ ਹੈ, ਕੌਮ ਦਾ ਮੁੱਦਾ ਹੈ। ਇਸ ਕਰਕੇ ਬਾਹਰਲੇ ਵੀ ਜਿੱਥੇ ਵੀ ਸਿੱਖ ਨੇ ਸਾਡੇ, ਭਾਵੇਂ ਰਾਜਸਥਾਨ 'ਚ ਨੇ, ਭਾਵੇਂ ਦਿੱਲੀ ਨੇ, ਉੱਥੇ ਵੀ ਸਾਰੀਆਂ ਇਹ ਮੁਹਿੰਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾ ਕੇ ਉੱਥੇ ਵੀ ਦਿੱਤੀਆਂ ਜਾਣਗੀਆਂ, ਉੱਥੇ ਉਸ ਸਟੇਟਾਂ ਦੇ ਗਵਰਨਰ ਨੂੰ ਦਿੱਤੀਆਂ ਜਾਣਗੀਆਂ। ਜਥੇਦਾਰ ਜੀ, ਸਿੱਖਾਂ ਦਾ ਵੀ ਇੱਕ ਰਾਜ ਸੀ, ਜਥਾ ਰਿਹਾ ਅਕਾਲੀ ਦਲ, ਉਹ ਆਪਣੇ ਰਾਜ ਦੇ ਦੌਰਾਨ ਇਹ ਮੰਗਾਂ ਕਿਉਂ ਨਹੀਂ ਚੱਕ ਸਕਦੇ? ਨਹੀਂ, ਇਹ ਮੰਗਾਂ ਚੱਕਣ ਦੀ ਗੱਲ ਤਾਂ ਛੱਡੋ, ਇਹ ਮੰਗਾਂ ਵਾਸਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ। ਤੁਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਮੈਂ ਸਮਝਦਾ ਕਿ ਜਾਣਦੇ ਹੋਵੋਗੇ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਰਾਜੋਆਣਾ ਸਾਹਿਬ ਨੂੰ ਉਦੋਂ ਫਾਂਸੀ ਦੀ ਸਜ਼ਾ ਹੋ ਗਈ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਰਾਸ਼ਟਰਪਤੀ ਨਾਲ ਤਾਲਮੇਲ ਕਰਕੇ ਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਯਤਨ ਕਾਨੂੰਨੀ ਤੌਰ ਤੇ ਲੜ ਕੇ ਤੇ ਉਸ ਟਾਈਮ ਐਸਾ ਪ੍ਰੈਸ਼ਰ ਬਣਾਇਆ ਸੀ, ਕਿਉਂਕਿ ਸੈਂਟਰ ਦੇ ਵਿੱਚ ਪ੍ਰੈਸ਼ਰ ਸੀ ਸ਼੍ਰੋਮਣੀ ਅਕਾਲੀ ਦਲ ਦਾ, ਉਹ ਪ੍ਰੈਸ਼ਰ ਨੂੰ ਯੂਜ਼ ਕੀਤਾ ਤੇ ਯੂਜ਼ ਕਰਕੇ ਰਾਸ਼ਟਰਪਤੀ ਨੂੰ ਮਜਬੂਰ ਕੀਤਾ, ਇਹਨਾਂ ਦੀ ਫਾਂਸੀ ਦੇ ਉੱਤੇ ਸਟੇ ਲਵਾਈ। ਉਹ ਅੱਜ ਤੱਕ ਵੀ ਸਟੇ ਲੱਗੀ ਹੋਈ ਹੈ। ਜਦ ਬਾਕੀ ਜਿੰਨੇ ਵੀ ਇਹਨਾਂ ਦੇ ਕੇਸ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਲੜ ਰਿਹਾ, ਉਦੋਂ ਅੱਜ ਤੋਂ ਨਹੀਂ 84 ਤੋਂ ਲੈ ਕੇ, ਭਾਵੇਂ ਕੋਈ ਉੱਥੇ ਨਸਲਕੁਸ਼ੀ ਹੋਈ ਉਹਨਾਂ ਦੀ ਸਾਂਭ ਸੰਭਾਲ ਪਰਿਵਾਰਾਂ ਦੀ, ਭਾਵੇਂ ਕਿਤੇ ਵੀ ਇਹਨਾਂ ਦੀ ਕਾਨੂੰਨੀ ਲੜਾਈ ਆ ਦੇਖੋ, ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਸੱਜਣ ਕੁਮਾਰ ਵਰਗੇ ਅੰਦਰ ਹੋਏ ਨੇ, ਉਹ ਵੀ ਲੜਾਈਆਂ ਲੜ ਰਹੇ। ਸ਼੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਲੜਦੇ ਰਹੇ। ਬੰਦੀ ਸਿੰਘ ਰਹਾਈ ਨਹੀਂ ਹੁੰਦੇ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਐਕਸ਼ਨ ਕੀ ਹੋਊਗਾ? ਐਕਸ਼ਨ ਬਹੁਤ ਸਖਤ ਹੋਊਗਾ। ਜੇਕਰ ਸਾਰੇ ਸਿੱਖਾਂ ਦੀ ਮੰਗ ਦੇ ਉੱਤੇ ਵੀ ਸਰਕਾਰ ਨਹੀਂ ਛੱਡੂਗਾ, ਮੈਂ ਸਮਝਦਾ ਕਿ ਉਹ ਐਕਸ਼ਨ ਐਡਾ ਸਖਤ ਹੋਊਗਾ ਜਿਸ ਕਰਕੇ ਸਿੱਖਾਂ ਨੂੰ ਕੁਝ ਹੋਰ ਹੀ ਸੋਚਣਾ ਪੈਣਾ ਹੈ। ਸੋ ਇਹ ਅਗਲਾ ਐਕਸ਼ਨ ਤਾਂ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਹੈ ਕਿ ਸਿੱਖਾਂ ਨੂੰ ਸੋਚਣਾ ਪਊਗਾ, ਕਿਉਂਕਿ ਬੇਗਾਨੇਪਣ ਦੀ ਭਾਵਨਾ ਜਿਹੜੀ ਸਿੱਖਾਂ ਦੇ ਵਿੱਚ ਬਹੁਤ ਫੈਲ ਰਹੀ ਹੈ ਤੇ ਸਿੱਖਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਅਸੀਂ ਇਸ ਦੇਸ਼ ਨਾਲ ਰਹਿਣਾ ਜਾਂ ਨਹੀਂ ਰਹਿਣਾ। ਇਸ ਤਰ੍ਹਾਂ ਕਰਕੇ ਬਹੁਤ ਵੱਡੇ ਫੈਸਲੇ ਲੈਣ ਲਈ ਅਸੀਂ ਤਿਆਰ ਹਾਂ, ਕਿਉਂਕਿ ਜਦੋਂ ਸਾਨੂੰ ਇਨਸਾਫ ਹੀ ਨਹੀਂ ਮਿਲਦਾ ਤਾਂ ਅਸੀਂ ਦੇਸ਼ ਲਈ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ ਦਿੱਤੀਆਂ, ਤੇ ਉਸ ਆਜ਼ਾਦ ਦੇਸ਼ ਦੇ ਵਿੱਚ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਤੇ ਫਿਰ ਅਸੀਂ ਕਿਉਂ ਇਸ ਦੇਸ਼ ਨਾਲ ਸਹਿਮਤ ਹੋਵਾਂਗੇ? ਸਿੱਖ ਕੌਮ ਨੂੰ ਗਿਲਾ ਰਹਿੰਦਾ ਸ਼੍ਰੋਮਣੀ ਅਕਾਲੀ ਦਲ ਨਾਲ ਕਿ ਆਪਣੇ ਰਾਜ ਦੇ ਦੌਰਾਨ ਇਹੋ ਜਿਹੀਆਂ ਮੁਹਿੰਮਾਂ ਨੂੰ ਨਹੀਂ ਚਲਾਉਂਦੇ ਹੈਗੇ, ਜਦੋਂ ਬਾਹਰ ਹੋ ਜਾਂਦੇ ਨੇ, ਸੱਤਾ ਤੋਂ ਬਾਹਰ ਹੁੰਦੇ ਨੇ, ਫਿਰ ਐਵੇਂ ਦੀਆਂ ਮੁਹਿੰਮਾਂ ਚੱਲਦੀਆਂ ਨੇ। ਨਹੀਂ, ਇਹ ਪਤਾ ਕੀ ਹੈ, ਇਹ ਵਿਰੋਧੀ ਪਾਰਟੀਆਂ ਦੇ ਪ੍ਰਚਾਰ ਨੇ ਪਰਸੈਪਸ਼ਨ ਬਣਾ ਰੱਖੀ ਹੈ, ਕੋਈ ਇਸ ਤਰ੍ਹਾਂ ਦੀ ਨਹੀਂ। ਇਸੇ ਤਰ੍ਹਾਂ ਲੜਾਈ ਨਿਰੰਤਰ ਹੈ ਪਹਿਲਾਂ ਵੀ। ਇਹ ਅੱਜ ਜਿਹੜਾ ਪ੍ਰਚਾਰ ਮੈਂ ਪਹਿਲਾਂ ਵੀ ਬੋਲਦੇ ਨੇ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਚਾਰ ਝੂਠਾ ਪ੍ਰਚਾਰ ਹੈ ਜਿਹੜਾ ਬਦਨਾਮ ਸਿੱਖ ਕੌਮ ਨੂੰ ਅਕਾਲੀ ਦਲ ਨੂੰ ਇਸ ਕਰਕੇ ਨਹੀਂ ਬਦਨਾਮ ਕੀਤਾ ਜਾਂਦਾ ਕਿਉਂਕਿ ਅਕਾਲੀ ਦਲ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ। ਇਹ ਇੱਕ ਚਾਲ ਹੈ ਵਿਰੋਧੀਆਂ ਦੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ। ਦੋਏ ਜਿਹੜੀਆਂ ਜਥੇਬੰਦੀਆਂ ਨੇ ਸਿੱਖਾਂ ਦੀਆਂ, ਉਹਨਾਂ ਨੂੰ ਕਮਜ਼ੋਰ ਕਰਨ ਦੀ ਇੱਕ ਕੋਝੀ ਚਾਲ ਹੈ। ਉਹ ਹਮੇਸ਼ਾ ਇਸ ਤਰ੍ਹਾਂ ਦੇ ਪ੍ਰਚਾਰ ਕਰਦੇ ਰਹਿੰਦੇ ਨੇ। ਉਹ ਪ੍ਰਚਾਰ ਦਾ ਸਾਡੇ ਲੋਕਾਂ ਤੇ ਕਈ ਵਾਰੀ ਪਿੰਡਾਂ ਦੇ ਵਿੱਚ ਅਨਪੜ੍ਹ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੁੰਦੀ, ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ, ਉਸ ਕਰਕੇ ਉਹਨਾਂ ਤੇ ਪੈ ਜਾਂਦਾ ਹੈ। ਇਸੇ ਕਰਕੇ ਅਸੀਂ ਮੈਮੋਰੈਂਡਮ ਅਸੀਂ ਵੀ ਦੇ ਸਕਦੇ ਸੀ ਤੇ ਇਹ ਲੋਕਾਂ ਨੂੰ ਜਾਣਕਾਰੀ ਪਹੁੰਚਾਉਣ ਕਰਕੇ ਹੀ ਅਸੀਂ ਕਰ ਰਹੇ ਹਾਂ ਕਿ ਵਿਰੋਧੀ ਤਾਬ ਦਾ ਲਾਲਚ ਵੋਟ ਦੀ ਲੜਾਈ ਲੜਦੇ ਨੇ। ਸ਼੍ਰੋਮਣੀ ਅਕਾਲੀ ਦਲ ਤਾਂ ਕਦੇ ਇਕੱਲੀ ਵੋਟ ਦੀ ਲੜਾਈ ਨਹੀਂ ਲੜਦਾ। ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ। ਉਹਦੇ ਸਮਾਜਿਕ ਤੌਰ ਤੇ ਵੀ ਲੜਨਾ ਹੈ, ਧਾਰਮਿਕ ਤੌਰ ਤੇ ਵੀ ਲੜਨਾ ਹੈ, ਖੇਤਰੀ ਪਾਰਟੀ ਹੈ। ਇਸ ਕਰਕੇ ਇਹ ਤਾਂ ਹਮੇਸ਼ਾ ਚੱਲਦਾ ਰਹਿੰਦਾ। ਇਲੈਕਸ਼ਨ ਨੂੰ ਬਹੁਤ ਲੰਬਾ ਸਮਾਂ ਲੱਗ ਚੁੱਕਿਆ, ਕੀ ਕਹਿੰਦੇ ਉਹਦੇ ਬਾਰੇ? ਨਹੀਂ, ਇਹ ਸੈਂਟਰ ਦਾ ਇਸ਼ੂ ਹੈ ਜੀ। ਇਹ ਐਕਟ ਹੈ ਜਿਹੜਾ ਸੈਂਟਰ ਦਾ ਹੈਗਾ, ਇਹ ਸੈਂਟਰ ਸਰਕਾਰ ਨੇ ਜਿਹੜਾ ਹੈਗਾ ਉਹ ਇਲੈਕਸ਼ਨ ਕਰਾਉਣੀ ਹੁੰਦੀ ਹੈ। ਅਸੀਂ ਤਾਂ ਹਮੇਸ਼ਾ ਤਿਆਰ ਰਹਿੰਦੇ ਹਾਂ, ਕਿਉਂਕਿ ਉਹ ਕਿਉਂ ਨਹੀਂ ਕਰਾਉਂਦੇ, ਬਲਕਿ ਉਲਟਾ ਹੈ। ਉਹਨਾਂ ਨੂੰ ਪਤਾ ਹੈ ਕਿ 100 ਸਾਲ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਹੀ ਜਿੱਤਦਾ ਇਹਨਾਂ ਚੋਣਾਂ ਦੇ ਵਿੱਚ। ਇਸ ਕਰਕੇ ਉਹ ਬਦਨਾਮ ਕਰਨਾ ਚਾਹੁੰਦੇ ਨੇ। ਇਸ ਗੱਲ ਨੂੰ ਇਹ ਕਹਿੰਦੇ ਨੇ ਕਿ ਉਹ ਉਲਟ ਲਾਉਂਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਕਰਾਉਂਦਾ, ਜਦੋਂ ਕਿ ਬੜਾ ਸਾਫ਼ ਗੱਲ ਹੈ ਕਿ ਇਹ ਸੈਂਟਰ ਦਾ ਐਕਟ ਹੈ। ਸੈਂਟਰ ਸਰਕਾਰ ਨੇ ਹੀ ਚੋਣ ਕਰਾਉਣੀ ਹੈ। ਅਸੀਂ ਤਿਆਰ ਬਰ ਤਿਆਰ। ਅਸੀਂ ਤਾਂ ਹਮੇਸ਼ਾ ਉਹਨਾਂ ਨੂੰ ਕਹਿੰਦੇ ਕਿ ਚੋਣ ਕਰਾਓ। ਜਦੋਂ 5 ਸਾਲ ਪੂਰੇ ਹੋ ਜਾਂਦੇ ਨੇ ਉਹ ਨਹੀਂ ਕਰਾਉਂਦੇ, ਕਿਉਂਕਿ ਉਹਨਾਂ ਦੀ ਦਿਲਚਸਪੀ ਨਹੀਂ ਹੈ ਜਾਂ ਉਹ ਕਿਸੇ ਮੌਕੇ ਦੀ ਤਾੜ 'ਚ ਰਹਿੰਦੇ ਨੇ ਕਿ ਜਦੋਂ ਸਿੱਖਾਂ ਦਾ ਨੁਕਸਾਨ ਹੋਵੇ, ਕੋਈ ਇਸ ਤਰ੍ਹਾਂ ਦੇ ਹਾਲਾਤ ਹੋਣ, ਅਸੀਂ ਉਦੋਂ ਕਰਾਂਗੇ। ਪਰ ਉਹਨੇ ਪਿਛਲੇ ਸਮੇਂ 'ਚ ਵੀ ਬੜੇ ਹਾਲਾਤ ਦੇਖੇ ਨੇ। ਹੁਣ ਵੀ ਚੋਣ ਹੋਈ ਹੈ ਸ਼੍ਰੋਮਣੀ ਕਮੇਟੀ ਦੀ, ਸਾਡੇ ਬੀਬੀ ਜੰਗੀਰ ਕੌਰ ਸਾਡੇ ਵਿੱਚੋਂ ਨਿਕਲ ਕੇ ਬਾਹਰ ਚਲੀ ਗਈ। ਸਾਰੀਆਂ ਪਾਰਟੀਆਂ ਨੇ, ਆਮ ਪਾਰਟੀ ਦੀਆਂ ਵੋਟਾਂ ਸੀ, ਕਾਂਗਰਸ ਦੀਆਂ ਵੋਟਾਂ ਸੀ, ਦੂਜੀਆਂ ਹੋਰ ਕਿਸੇ ਦੀਆਂ ਵੋਟਾਂ ਸੀਗੀਆਂ, ਸਿਮਰਜੀਤ ਮਾਨ ਦੀਆਂ ਵੋਟਾਂ ਸੀ, ਸਾਰਿਆਂ ਨੇ ਵੋਟਾਂ ਉਸ ਨੂੰ ਪਾਈਆਂ ਔਰ ਕਿਹਾ ਸੀ ਕਿ ਅਕਾਲੀ ਦਲ ਨੂੰ ਅਸੀਂ ਹਰਾਵਾਂਗੇ। ਆ ਦੇਖੋ ਤੁਹਾਡੇ ਸਾਹਮਣੇ ਇਹ ਪ੍ਰਚਾਰ ਸੀ ਕਿ ਅਕਾਲੀ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਰਕੇ ਉਹ ਵੋਟਾਂ ਨਹੀਂ ਪਾਉਂਦੇ। ਤੁਸੀਂ ਦੇਖੋ ਕੀ ਨਿਕਲਿਆ ਤੇ 100 ਤੋਂ ਉੱਪਰ ਵੋਟ ਪਈ। ਤੇ ਇਸ ਕਰਕੇ ਪ੍ਰਚਾਰ ਝੂਠਾ ਪ੍ਰਚਾਰ ਹੈ, ਹਮੇਸ਼ਾ ਹੁੰਦਾ ਰਹਿੰਦਾ। ਸਾਨੂੰ ਝੂਠੇ ਪ੍ਰਚਾਰ ਤੇ ਕਦੇ ਵੀ ਪਰਵਾਹ ਨਹੀਂ ਕਰਨੀ ਚਾਹੀਦੀ। ਸਿੰਘ ਲੰਗਾਹ ਦੀ ਤਨਖਾਹ ਨੂੰ ਕਿਵੇਂ ਦੇਖਦੇ ਹੋ? ਵੀ ਕੌਮ ਕਹਿੰਦੀ ਹੈ ਵੀ ਇਹ ਇੱਕ ਨਾਗੁਣੀ ਜੀ ਤਨਖਾਹ ਹੈ। ਨਹੀਂ, ਉਹਦੇ ਵਿੱਚ ਇਹ ਸਾਡਾ ਇਸ਼ੂ ਨਹੀਂ ਹੈ, ਇਹ ਅਕਾਲ ਤਖਤ ਸਾਹਿਬ ਦਾ ਇਸ਼ੂ ਹੈ। ਅਕਾਲ ਤਖਤ ਸਾਹਿਬ ਦੇ ਇਸ਼ੂ ਤੇ ਮੈਂ ਇੱਕ ਨਿਮਾਣਾ ਜਾਂ ਸਿੱਖ ਤਾਂ ਕੁਝ ਵੀ ਨਹੀਂ ਕਹਿ ਸਕਦਾ।